ਧੰਨਵਾਦ ਕਿ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਔਰ ਅੱਜ ਦੀ ਇਹ ਪ੍ਰੈਸ ਕਾਨਫਰੰਸ ਬਹੁਤ ਇੱਕ ਅਹਿਮ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਲੀਕਿਆ ਗਿਆ। ਹਰ ਸਾਲ ਦਿੱਲੀ ਦੇ ਵਿੱਚ ਲਾਲ ਕਿਲੇ ਨੂੰ ਫਤਿਹ ਕਰਨ ਵਾਲੇ ਉਹਨਾਂ ਜਰਨੈਲਾਂ ਦੀਆਂ ਫਤਿਹ ਦਿਵਸ ਦੇ ਰੂਪ ਦੇ ਵਿੱਚ ਯਾਦ ਬਣਾਈ ਜਾਂਦੀ ਹੈ ਔਰ ਇਸ ਗੌਰਵਮਈ ਇਤਿਹਾਸ ਨੂੰ ਸੰਗਤਾਂ ਦੇ ਵਿੱਚ ਲੈ ਕੇ ਅਸੀਂ ਆਪਣੇ ਪਨੀਰੀ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਗੁਰੂ ਦੇ ਉਹ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ ਔਰ ਫਤਿਹ ਕਰਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਆਪਣੇ ਗੁਰੂ ਧਾਮਾਂ ਦੀਆਂ ਨਿਸ਼ਾਨਦੇਹੀਆਂ ਕਰਕੇ ਇਹ ਦਿੱਲੀ ਵਾਪਸ ਛੱਡਤੀ ਗਈ। ਇਹ ਇਸ ਇਤਿਹਾਸ ਨੂੰ ਲਿਆਉਣ ਤੋਂ ਬਾਅਦ ਜਦ ਤੋਂ ਸਾਡੀਆਂ ਕਮੇਟੀ ਆਈਆਂ ਔਰ ਅਸੀਂ ਵਾਰ-ਵਾਰ ਜਿਹੜੇ ਸਾਡੀਆਂ ਵੱਡੇ ਜਰਨੈਲ ਸੀ ਉਹਨਾਂ ਦੀਆਂ ਸ਼ਤਾਬਦੀਆਂ ਮਨਾਈਆਂ ਔਰ ਇਸ ਵਾਰੀ ਖਾਸ ਤੌਰ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜਿਨ੍ਹਾਂ ਦੀ 200 ਸਾਲਾ ਸ਼ਤਾਬਦੀ ਹੈ ਸ਼ਹੀਦੀ ਦੀ, ਉਹਨੂੰ ਸਮਰਪਿਤ ਕਰਦੇ ਹੋਏ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜਿਨ੍ਹਾਂ ਦੀ ਜਨਮ ਸ਼ਤਾਬਦੀ ਤੀਜੀ ਸ਼ਤਾਬਦੀ ਆ ਰਹੀ ਹੈ, ਉਹਨੂੰ ਸਮਰਪਿਤ ਕਰਦੇ ਹੋਏ ਇੱਥੇ ਦਿੱਲੀ ਦੇ ਵਿੱਚ ਜਿਹੜਾ 2 ਰੋਜ਼ਾ ਫਤਿਹ ਦਿਵਸ ਹੁੰਦਾ ਸੀ ਉਹਨੂੰ ਐਕਸਟੈਂਡ ਕਰਦੇ ਹੋਏ ਉਸ ਜਗ੍ਹਾ ਦੇ ਉੱਤੇ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੋ ਕੱਲ੍ਹ ਸਵੇਰੇ ਯਾਨੀ ਕਿ 6 ਤਰੀਕ ਨੂੰ ਸਵੇਰੇ 9 ਵਜੇ ਇੱਕ ਨਗਰ ਕੀਰਤਨ ਬੜੇ ਵਿਸ਼ਾਲ ਰੂਪ ਦੇ ਵਿੱਚ ਇੱਥੋਂ ਕੱਢਿਆ ਜਾ ਰਿਹਾ, ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ, ਲੁਧਿਆਣਾ, ਖੰਨਾ, ਰਾਜਪੁਰਾ, ਅੰਬਾਲਾ, ਕੁਰੂਕਸ਼ੇਤਰ, ਪਾਣੀਪਤ ਹੁੰਦਾ ਹੋਇਆ ਦਿੱਲੀ ਵਿਖੇ ਪਹੁੰਚਣਾ ਹੈ ਔਰ 7 ਤਰੀਕ ਨੂੰ ਇਹ ਰਾਤ ਗੁਰਦੁਆਰਾ ਮਹਿਨੂ ਟਿੱਲਾ ਸਾਹਿਬ ਦੀ ਸਮਾਪਤੀ ਕੀਤੀ ਜਾਣੀ ਹੈ। 6 ਤਰੀਕ ਰਾਤ ਨੂੰ ਮੰਜੀ ਸਾਹਿਬ ਗੁਰਦੁਆਰੇ ਅੰਬਾਲੇ ਦਾ ਪੜਾਅ ਹੋਣਾ ਔਰ ਇਹਦੇ ਵਿੱਚ ਮੈਂ ਦਿੱਲੀ ਦੀ ਜਿਹੜੀਆਂ ਸੰਗਤਾਂ ਆਈਆਂ ਔਰ ਜਿਹੜੀ ਪੰਜਾਬ ਦੇ ਵਿੱਚ ਸਾਡੇ ਗੁਰੂ ਨਾਨਕ ਨਾਮ ਲੇਵਾ ਸਾਰੀਆਂ ਵੀਰਾਂ ਨੂੰ, ਸਾਰੀਆਂ ਸੰਪਰਦਾਵਾਂ ਨੂੰ, ਸਾਰੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਿੱਥੇ ਅਸੀਂ ਸੱਦਾ ਦਿੱਤਾ ਸੀ, ਅੱਜ ਫਿਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਮੀਡੀਆ ਦੇ ਭਰਾਵਾਂ ਨੂੰ ਕਿ ਕੱਲ੍ਹ ਜਿਸ ਤਰੀਕੇ ਦੇ ਨਾਲ ਇਹ ਸ਼ਾਹੀ ਨਗਰ ਕੀਰਤਨ ਕੱਢਿਆ ਜਾਣਾ ਉਹਨਾਂ ਜਰਨੈਲਾਂ ਦੀ ਯਾਦ ਦੇ ਵਿੱਚ, ਉਹਦੇ ਵਿੱਚ ਤੁਸੀਂ ਸਾਰੇ ਆਪਣੀਆਂ ਸ਼ਮੂਲੀਅਤਾਂ ਪਾਓ। ਅੱਜ ਮੈਂ ਮੀਡੀਆ ਰਾਹੀਂ ਸਮੁੱਚੇ ਪੰਜਾਬ ਦੀ ਖਾਸ ਤੌਰ ਤੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਔਰ ਜਿਹੜੇ ਵੀ ਰਸਤੇ ਦੇ ਵਿੱਚ ਪਿੰਡ ਔਰ ਸ਼ਹਿਰ ਪੈਂਦੇ ਨੇ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਓ ਔਰ ਮੈਂ ਖਾਸ ਤੌਰ ਤੇ ਅੱਜ ਸਮੁੱਚੀ ਟੀਮ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਬੜਾ ਵੱਡਾ ਸਹਿਯੋਗ ਦਿੱਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ, ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਹੈ, ਜਿਨ੍ਹਾਂ ਦਾ ਦਲ ਪੰਥ ਦੇ ਨਾਲ ਇਹਦੀ ਅਗਵਾਈ ਕੀਤੀ ਜਾਣੀ ਹੈ। ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਉਹਨਾਂ ਦਾ ਬੜਾ ਵਿਸ਼ੇਸ਼ ਸਹਿਯੋਗ ਦਿੱਤਾ, ਜਿਨ੍ਹਾਂ ਦੀਆਂ ਅੱਜ ਕੱਲ੍ਹ ਉੱਥੇ ਘੋੜਸਵਾਰ ਵੀ ਆ ਰਹੇ ਆ ਔਰ ਉਹਨਾਂ ਦੇ ਜਿਹੜੇ ਸ਼ਸਤਰ ਵਾਲੇ ਸਿੰਘ ਹੈਗੇ। ਇਸ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਦੇ ਉਹਨਾਂ ਸਿੰਘਾਂ ਦੀ ਸ਼ੋਅ ਪ੍ਰਾਪਤ ਜਿਹੜੀਆਂ ਨਿਸ਼ਾਨੀਆਂ ਨੇ ਉਹ ਵੀ ਸੰਗਤਾਂ ਨੂੰ ਦਰਸ਼ਨ ਕਰਾਈਆਂ ਜਾਣਗੀਆਂ। ਸੋ ਇਹ ਸਾਰੀਆਂ ਸੰਪਰਦਾਵਾਂ ਦਾ ਜਿਨ੍ਹਾਂ ਨੇ ਆਪਣੇ ਯੋਗਦਾਨ ਪਾਏ ਆ ਮੈਂ ਧੰਨਵਾਦ ਕਰਦਾ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲੇ ਵਾਲੇ, ਭਾਈ ਮੋਕਮ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਵਾਂ ਵਾਲੇ, ਬਾਬਾ ਗੁਰਦੇਵ ਸਿੰਘ ਜੀ ਖੰਡੂਪੁਰ ਵਾਲੇ, ਬਾਬਾ ਗੁਪਿੰਦਰ ਸਿੰਘ ਜੀ ਸਤਰਾਣੀ ਸਾਹਿਬ ਵਾਲੇ, ਬਾਬਾ ਹਰਬੰਸ ਸਿੰਘ ਜੀ, ਹਰਭਜਨ ਸਿੰਘ ਜੀ ਹਰਸ਼ਨਾ ਸ਼ੀਨਾ ਵਾਲੇ, ਬਾਬਾ ਸੱਜਣ ਸਿੰਘ ਜੀ ਗੁਰੂ ਕੇ ਬੇਲ, ਬਾਬਾ ਕੋਲਾ ਜੀ ਗੋविंदवाल ਸਾਹਿਬ, ਬਾਬਾ ਗੁਰਨਾਮ ਸਿੰਘ ਜੀ ਗੋविंदवाल ਸਾਹਿਬ ਵਾਲੇ, ਬਾਬਾ ਬੁੱਧ ਸਿੰਘ ਜੀ ਔਰ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਔਰ ਬਾਬਾ ਸੁਖਦੇਵ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਕ ਤੋਂ, ਇਹਨਾਂ ਸਾਰਿਆਂ ਨੇ ਜਿਹੜੀ ਕੱਲ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਪਾਣੀ ਔਰ ਬਹੁਤ ਵੱਡਾ ਸਹਿਯੋਗ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੱਥੇ ਪੰਜਾਬ 'ਚ ਵੀ ਦਿੱਤਾ, ਉੱਥੇ ਦਿੱਲੀ ਦੇ ਜਿਹੜਾ 2 ਰੋਜ਼ਾ ਫਤਿਹ ਦਿਵਸ ਮਨਾਇਆ ਜਾਣਾ ਹੈ 8 ਤਰੀਕ ਔਰ 9 ਤਰੀਕ ਨੂੰ। 8 ਤਰੀਕ ਨੂੰ ਕੀਰਤਨ ਦਰਬਾਰ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਹੋਣਾ ਔਰ ਉਸ ਸਥਾਨ 'ਤੇ ਜਿੱਥੋਂ ਦਾ ਇਤਿਹਾਸ ਅਸੀਂ ਸਾਰੇ ਮਨਾਉਂਦੇ ਹਾਂ ਲਾਲ ਕਿਲੇ ਫਤਿਹ ਦਾ, ਔਰ ਅਗਲੇ ਦਿਨ ਜਿਹੜੀਆਂ ਉੱਥੇ ਜਰਨੈਲੀ ਮਾਰਚਾਂ 9 ਤਰੀਕ ਨੂੰ ਕੱਢ ਕੇ ਲਾਲ ਕਿਲੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਗੱਤਕੇ ਦੇ ਜੋਹਰ ਦਿਖਾਏ ਜਾਣਗੇ, ਢਾਡੀ ਵਾਰਾਂ ਹੋਣਗੀਆਂ ਔਰ ਗੁਰ ਇਤਿਹਾਸ ਦੇ ਨਾਲ ਇਹਨਾਂ ਯੋਧਾਵਾਂ ਦੇ ਜੀਵਨ ਕਾਲ ਦੇ ਉੱਤੇ ਜਿਹੜੇ ਸਟੇਜ ਸ਼ੋਅ ਕੀਤੇ ਜਾ ਰਹੇ ਆ, ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋ ਰਿਹਾ,
ਉਹਦੇ ਵਿੱਚ ਵੀ ਮੈਂ ਬੇਨਤੀ ਕਰਾਂਗਾ ਸਮੁੱਚੀ ਸੰਗਤ ਨੂੰ ਵੱਧ ਚੜ੍ਹ ਕੇ ਅਸੀਂ ਮਨਾਈਏ ਔਰ ਆਪਣੇ ਉਹਨਾਂ ਯੋਧਾਵਾਂ ਦੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਆਪਣੇ ਗੁਰੂ ਦੇ ਆਦਰਸ਼ 'ਤੇ ਚੱਲਦੇ ਹੋਏ ਔਰ ਜਿੱਥੇ ਕੌਮ ਨੂੰ ਨਵੀਆਂ ਸੇਧਾਂ ਦਿੱਤੀਆਂ ਉਹਨਾਂ ਸਾਰਿਆਂ ਨੂੰ ਅਸੀਂ ਮਨਾਈਏ। ਸੋ ਮੈਂ ਅੱਜ ਮੀਡੀਆ ਰਾਹੀਂ ਆਪਣੇ ਸਾਰੇ ਲੋਕਾਂ ਨੂੰ ਇੱਕ ਵਾਰ ਉੱਥੇ ਫਿਰ ਆਉਣ ਦਾ ਖੁੱਲ੍ਹਾ ਸੱਦਾ ਦਿੰਦਾ। ਇਹਦਾ ਇੱਕ ਰੂਟ ਜਿਹੜਾ ਮੇਨ ਜੀਟੀ ਰੋਡ ਤੇ ਰਹੇਗਾ, ਕੋਈ ਅੰਦਰ ਤੇ ਨਹੀਂ ਜਾਏਗਾ? ਨਹੀਂ, ਬਿਲਕੁਲ ਮੇਨ ਜੀਟੀ ਰੋਡ ਤੇ ਰਹੇਗਾ ਜੀ। ਕੇਂਦਰ ਸਰਕਾਰ ਦਾ ਕੀ ਸਹਿਯੋਗ ਰਹਿੰਦਾ ਸਾਨੂੰ ਆਪਾਂ ਲਾਲ ਕਿਲ੍ਹੇ 'ਚ ਸਮਾਗਮ ਕਰਦੇ ਹਾਂ? ਦੇਖੋ, ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਇਹ ਵੇ ਕਿ ਉੱਥੇ ਬਹੁਤ ਲਿਮਿਟਿਡ ਜਿਹੜੇ ਪ੍ਰੋਗਰਾਮ ਨੇ ਉੱਥੇ ਅਲਾਉ ਕੀਤੇ ਜਾਂਦੇ ਨੇ ਲਾਲ ਕਿਲ੍ਹੇ ਦੇ ਉਸ ਮੈਦਾਨ ਦੇ ਵਿੱਚ, ਔਰ ਖਾਸ ਤੌਰ ਤੇ ਜਿਹੜੇ ਕਿਸੇ ਕੌਮਾਂ ਦੇ ਨਾਲ ਜੁੜੇ ਹੋਣ ਉਹਨਾਂ ਨੂੰ ਅਵੋਇਡ ਕਰਦੇ ਨੇ। ਮਗਰ ਅਸੀਂ ਜਦ ਤੋਂ ਇਹ ਕੰਮ ਸ਼ੁਰੂ ਕੀਤਾ 2015 ਤੋਂ ਲਗਾਤਾਰ ਅਸੀਂ ਜਦ ਵੀ ਡਿਮਾਂਡ ਕੀਤੀ ਹੈ ਸਾਨੂੰ ਕਦੀ ਮਨਾ ਨਹੀਂ ਹੋਈ। ਸੋ ਮੈਂ ਕੇਂਦਰ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਵਾਰੀ ਵੀ ਕੋਈ ਇਹਦੇ ਵਿੱਚ ਹਿੰਡੈਂਸ ਨਹੀਂ ਆਉਣ ਦਿੱਤੀ। ਲਾਲ ਕਿਲ੍ਹੇ ਦੇ ਵਿੱਚ ਜਿਹੜਾ ਸਿਕਿਉਰਿਟੀ ਦਾ ਸਿਸਟਮ ਹੈ ਉਹਨਾਂ ਦੇ ਵਿੱਚ ਵੀ ਉਹ ਸਾਨੂੰ ਪੂਰਾ ਕੋਆਪਰੇਟ ਕਰਦੇ ਨੇ, ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਜੋ ਹਾਲਾਤ ਬਣੇ ਨੇ, ਸਿੱਖਾਂ ਦੇ ਜਿਹੜੇ ਪ੍ਰੋਗਰਾਮ ਉਹ ਲਿਖੇ ਜਾ ਰਹੇ ਨੇ, ਉੱਥੇ ਸਰਕਾਰ ਬੜੀ ਨਿਗਾਹ ਰੱਖੀ, ਮੁਸ਼ਕਿਲ ਤਾਂ ਨਹੀਂ ਆਈ? ਦੇਖੋ, ਮੈਨੂੰ ਮੇਰੀ ਆਈਜੀ ਸਾਹਿਬ ਨਾਲ ਗੱਲ ਹੋਈ ਸੀ ਆਉਣ ਤੋਂ ਪਹਿਲਾਂ, ਔਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਜਿਸ ਤਰੀਕੇ ਦੇ ਨਾਲ ਨਗਰ ਕੀਰਤਨ ਕੱਢਣ ਜਾ ਰਹੇ ਹਾਂ, ਸਿਕਿਉਰਿਟੀ ਦਾ ਔਰ ਸਾਰਾ ਸਿਸਟਮ ਦੇਖਣ ਦਾ, ਮੈਨੂੰ ਬੜੇ ਬੇਬਾਕੀ ਦੇ ਨਾਲ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਕਿ ਵਾਕਈ ਪੰਜਾਬ ਦੇ ਮਾਹੌਲ ਨੂੰ ਇੱਕ ਸੁੱਖ ਸ਼ਾਂਤੀ ਵਾਲਾ ਬਣਾਉਣ ਦੇ ਵਿੱਚ ਸਰਕਾਰ ਨੇ ਆਪਣੀ ਪੂਰੀ ਜ਼ੋਰ ਕੀਤੀ ਔਰ ਪ੍ਰਸ਼ਾਸਨ ਸਾਡਾ ਪੂਰਾ ਸਹਿਯੋਗ ਕਰ ਰਿਹਾ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਪ੍ਰਸ਼ਾਸਨ ਨੇ ਸਾਨੂੰ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਹੁਣ ਇਸ ਤੋਂ ਬਾਅਦ ਮੇਰੀ ਮੀਟਿੰਗ ਵੀ ਉਹਨਾਂ ਨਾਲ ਹੈਗੀ ਹੈ ਤਾਂ ਕਿ ਅਸੀਂ ਰੂਟ ਨੂੰ ਫਾਈਨਲਾਈਜ਼ ਕਰ ਲਈਏ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਮਾਹੌਲ ਖਰਾਬ ਵਾਲੀ ਗੱਲ ਹੈ, ਔਰ ਨਾਲ ਇਹ ਗੁਰੂ ਦਾ ਔਰ ਸਾਰੀ ਕੌਮ ਦਾ ਸਾਂਝਾ ਕੰਮ ਹੈ, ਸਾਂਝੇ ਜਰਨੈਲ ਸੀ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹੀ ਦਿੱਕਤ ਆਈ। ਹਾਂਜੀ, ਜਿਨ੍ਹਾਂ ਦੇ ਮੈਂ ਨਾਮ ਲਏ ਨੇ ਸਾਰਿਆਂ ਨੇ ਹਾਮੀ ਭਰੀ ਹੈ ਉੱਥੇ ਆਉਣ ਵਾਸਤੇ। ਹੁਣ ਬਾਬਾ ਅਵਤਾਰ ਸਿੰਘ ਜੀ ਆਪ ਵਿਦੇਸ਼ ਗਏ ਹੋਏ ਨੇ ਤੇ ਉਹਨਾਂ ਦੇ ਬੇਟੇ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਨੇ ਭਰਨੀ ਹੈ, ਤੇ ਇਸ ਕਰਕੇ ਜੇ ਅਗਰ ਕੋਈ ਆਪ ਮੁਖੀ ਨਹੀਂ ਆਉਂਦਾ ਤੇ ਉਹਨਾਂ ਦੀਆਂ ਸੰਪਰਦਾਵਾਂ ਤੋਂ ਲੋਕ ਆਉਣਗੇ, ਕਿਉਂਕਿ ਰਸਤੇ ਦੇ ਵਿੱਚ ਵੀ ਕਈਆਂ ਨੇ ਪ੍ਰੋਗਰਾਮ ਰੱਖੇ ਨੇ ਸਵਾਗਤ ਕਰਨ ਦੇ। ਹੁਣ ਮੈਂ ਬਾਬਾ ਜੋਲਾ ਵਾਲਿਆਂ ਦਾ ਨਾਮ ਨਹੀਂ ਲਿਆ ਕਿਉਂਕਿ ਉਹਨਾਂ ਨੇ ਇੱਥੇ ਨਹੀਂ ਆਉਣਾ, ਉਹਨਾਂ ਨੇ ਉੱਥੇ ਸਵਾਗਤ ਦਾ ਪ੍ਰੋਗਰਾਮ ਰੱਖਿਆ ਆਪਣੇ ਜਲੰਧਰ ਵਿਖੇ। ਸੋ ਸਾਰਿਆਂ ਨੇ ਸਾਨੂੰ ਹਾਮੀਆਂ ਭਰੀਆਂ ਜਿਨ੍ਹਾਂ ਦੇ ਅਸੀਂ ਨਾਮ ਲਏ ਨੇ। ਜਿਹੜਾ ਵੀ ਸਵੇਰੇ ਆਏਗਾ ਉਹਦਾ ਵੀ ਸਤਿਕਾਰ ਹੈ, ਔਰ ਜਿਹੜਾ ਆਪਣੇ ਸੰਪਰਦਾ ਤੋਂ ਲੋਕ ਭੇਜਣਗੇ ਉਹਨਾਂ ਦਾ ਵੀ ਸਾਰਿਆਂ ਦਾ ਸਤਿਕਾਰ ਹੈ। ਦਿੱਲੀ ਕਮੇਟੀ ਵੱਲੋਂ ਕੱਲ੍ਹ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਦਿੱਲੀ ਤੱਕ ਅੰਮ੍ਰਿਤਸਰ ਤੋਂ, ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇੱਕ ਨਗਰ ਕੀਰਤਨ ਜਾਂ ਖਾਲਸਾ ਫਤਿਹ ਮਾਰਚ ਦਿੱਲੀ ਤੋਂ ਅੰਮ੍ਰਿਤਸਰ ਤੱਕ ਸਜਾਇਆ ਜਾ ਰਿਹਾ। ਇਹ ਦੋਵੇਂ ਪ੍ਰੋਗਰਾਮ ਇਕੱਠੇ ਨਹੀਂ ਸੀ ਹੋ ਸਕਦੇ, ਕੋਈ ਹੋਏਗਾ? ਦੇਖੋ, ਸਾਨੂੰ ਅਗਰ ਅਪਰੋਚ ਕੀਤੀ ਹੁੰਦੀ ਤੇ ਅਸੀਂ ਇਹਦੇ ਉੱਤੇ ਜ਼ਰੂਰ ਗੱਲ ਕਰਦੇ, ਮਗਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਆਸਥਾ ਵੇ ਉਹਨਾਂ ਨੂੰ ਦੇਖਿਆ, ਔਰ ਅਸੀਂ ਦਿੱਲੀ ਦੇ ਸਿੱਖਾਂ ਦੀ ਆਸਥਾ ਨੂੰ ਦੇਖਦੇ ਹੋਏ ਇਹ ਨਗਰ ਕੀਰਤਨ ਕੱਢਿਆ। ਔਰ ਇਹ ਪ੍ਰੋਗਰਾਮ ਅਸੀਂ ਅੱਜ ਨਹੀਂ 6 ਮਹੀਨੇ ਪਹਿਲੇ ਉਲੀਕਤਾ ਸੀ ਕਿ ਜੱਸਾ ਸਿੰਘ ਰਾਮਗੜੀਆ ਜੀ ਦਾ ਅਸੀਂ ਇਹ ਸ਼ਤਾਬਦੀ ਮਨਾਵਾਂਗੇ, ਔਰ ਇਹ ਤੇ ਬਾਅਦ ਚੋਂ ਜਿਸ ਵਕਤ ਅਸੀਂ ਪ੍ਰੋਗਰਾਮ ਬਣਾਉਂਦੇ ਵਕਤ ਸਾਨੂੰ ਨੌਲੇਜ 'ਚ ਆਇਆ ਕਿ ਅਕਾਲੀ ਬਾਬਾ ਫੂਲਾ ਸਿੰਘ ਦਾ ਵੀ ਸ਼ਤਾਬਦੀ ਹੈ। ਸੋ ਫਿਰ ਅਸੀਂ ਇਹਨੂੰ ਕੰਬਾਈਨਡ ਕਰਕੇ ਜਿਹੜਾ ਪ੍ਰੋਗਰਾਮ ਬਣਾਇਆ। ਮੈਨੂੰ ਲੱਗਦਾ ਜਿੱਥੇ ਪੰਜਾਬ ਦੇ ਲੋਕ, ਦਿੱਲੀ ਦੇ ਲੋਕਾਂ ਦੇ ਵਿੱਚ ਵੀ ਬੜੀ ਇਸ ਚੀਜ਼ ਦਾ ਉਤਸ਼ਾਹ ਹੈਗਾ ਕਿ ਇਸ ਸ਼ਤਾਬਦੀ ਨੂੰ ਮਨਾਈਏ, ਔਰ ਇਹ ਸਾਂਝਾ ਪ੍ਰੋਗਰਾਮ ਹੈ। ਜੇ ਅੱਜ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਤੇ ਦਿੱਲੀ ਵੀ ਅਗਰ ਨਗਰ ਕੀਰਤਨ ਕੱਢਣਗੇ ਤੇ ਦਿੱਲੀ ਕਮੇਟੀ ਹਮੇਸ਼ਾ ਉਹਨਾਂ ਦੇ ਸਹਿਯੋਗ ਦੇ ਨਾਲ ਖੜੀ ਹੈ। ਇੱਕ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਜਿਸ ਤਰ੍ਹਾਂ ਕਿ ਆਪਾਂ ਧਰਮ ਪਰਿਵਰਤਨ ਦੀ ਗੱਲ ਕਰਦੇ ਹਾਂ, ਕ੍ਰਿਸਚੀਅਨ ਕਮਿਊਨਿਟੀ ਵੱਲੋਂ ਇੱਕ ਆਪਣੀ ਪੋਲੀਟੀਕਲ ਪਾਰਟੀ ਫਾਰਮ ਕੀਤੀ ਗਈ ਹੈ। ਖੈਰ ਹਾਲੇ ਉਹਨਾਂ ਦੀ ਆਪਸ ਵਿੱਚ ਕਨਫਲਿਕਟ ਹੈਗਾ, ਬਟ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਫਾਰਮ ਕੀਤੀ ਹੈ, ਕਿ ਸਮਝਦੇ ਹੋ ਕਿ ਆਉਣ ਵਾਲੇ ਦੇਖੋ, ਪਹਿਲੀ ਗੱਲ ਤੇ ਅਸੀਂ ਅੱਜ ਧਾਰਮਿਕ ਮੁੱਦੇ ਤੇ ਬੈਠੇ ਹਾਂ ਔਰ ਧਰਮ ਦੀ ਗੱਲ ਕਰਨ ਵਾਸਤੇ, ਔਰ ਮਗਰ ਜਿਹੜਾ ਹੁਣ ਇਹ ਹਰ ਇੱਕ ਨੂੰ ਆਪਣਾ ਰਾਈਟ ਹੈ। ਅਗਰ ਕਿਸੇ ਵੀ ਕਮਿਊਨਿਟੀ ਨੇ ਆਪਣੀ ਪੋਲੀਟੀਕਲ ਵਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਹਰ ਬੰਦਾ ਚਾਹੁੰਦਾ ਹੈ ਕਿ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਸਟਰੋਂਗ ਹੋਈਏ, ਔਰ ਉਹ ਉਹਨਾਂ ਦਾ ਵੈਲਕਮ ਹੈ। ਜਿਸ ਤਰੀਕੇ ਦੇ ਨਾਲ ਇਹ ਤੇ ਸੰਗਤ ਨੇ ਔਰ ਆਵਾਮ ਨੇ ਫਤਵਾ ਦੇਣਾ ਹੁੰਦਾ ਕਿ ਕਿੰਨੀ ਕੁ ਜਗ੍ਹਾ ਪੋਲੀਟਿਕਸ ਦੇ ਵਿੱਚ ਦੇਣੀ ਹੈ, ਰਾਜਨੀਤੀ ਦੇ ਵਿੱਚ ਦੇਣੀ ਹੈ ਔਰ ਸਰਕਾਰੀ ਦਰਬਾਰੇ ਦੇਣੀ ਹੈ, ਇਹ ਸੰਗਤ ਦਾ ਫੈਸਲਾ ਹੋਣਾ, ਔਰ ਚੋਣਾਂ ਦੱਸ ਦੇਣਗੀਆਂ, ਔਰ ਇਹ ਉਹਨਾਂ ਦੇ ਰੂਪ ਵਿੱਚ ਮੈਂ ਉਹਦੇ ਬਾਰੇ ਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਬੈਠੋ ਜੀ। ਬਿਲਕੁਲ ਦਿੱਤਾ ਜੀ, ਉਹਨਾਂ ਦੀ ਅਸੀਂ ਚਾਹਾਂਗੇ ਉਹਨਾਂ ਦੀ ਅਗਵਾਈ 'ਚ ਚੱਲੇ। ਉਹਨਾਂ ਦੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ ਮੇਰੇ ਨਾਲ ਨਿਰੰਤਰ ਸੰਪਰਕ ਦੇ ਵਿੱਚ ਨੇ। ਜੋ ਚੀਜ਼ ਅਸੀਂ ਉਹਨਾਂ ਕੋਲੋਂ ਮੰਗੀ ਆ, ਭਾਵੇਂ ਕਮਰਿਆਂ ਦੇ ਰੂਪ ਦੇ ਵਿੱਚ, ਉਹਨਾਂ ਨੇ ਪੂਰਾ ਸਹਿਯੋਗ ਦਿੱਤਾ। ਕੋਈ ਇਹਦੇ ਵਿੱਚ ਰਾਜਨੀਤੀ ਨਹੀਂ ਹੋ ਰਹੀ ਹੈ। ਸੋ ਮੈਂ ਉਹਨਾਂ ਨੂੰ ਪਰਸਨਲੀ ਤੌਰ ਦੇ ਉੱਤੇ ਵੀ ਸੱਦਾ ਦਿੱਤਾ, ਔਰ ਉਹਨਾਂ ਨੇ ਸਾਨੂੰ ਆਉਣ ਦੀ ਹਾਮੀ ਵੀ ਭਰੀ ਹੈ। ਖਾਲਸਾ ਕਿਹਾ ਜਾ ਰਿਹਾ ਚਾਹੀਦੇ ਨੇ ਸਰਬੱਤ ਖਾਲਸੇ, ਸਾਨੂੰ ਪੰਥ ਦੀ ਜਿਹੜੀ ਦੁਵਿਧਾਵਾਂ ਨੇ
ਦੇਖੋ ਮੈਂ ਸਮਝਦਾ ਕਿ ਇਹ ਪੋਲੀਟੀਕਲ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਦੇ ਸਮਾਗਮ ਤੋਂ ਬਾਅਦ ਕਰੀਏ ਜ਼ਿਆਦਾ ਵਧੀਆ, ਮਗਰ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਬਹੁਤ ਸੂਝਵਾਨ ਨੇ। ਅਗਰ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਕਿਸੇ ਦੀ ਇੱਕ ਇੰਡੀਵਿਜੂਅਲ ਬੰਦੇ ਦੀ ਅਪੀਲ ਦੇ ਉੱਤੇ ਸਰਬੱਤ ਖਾਲਸਾ ਬੁਲਾਉਣਾ ਤੇ ਫੈਸਲਾ ਉਹਨਾਂ ਨੇ ਲੈਣਾ। ਬਟ ਬਤੌਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਚਾਹਾਂਗਾ ਕਿ ਕਦੀ ਵੀ ਕੋਈ ਇਹੋ ਜਿਹੀ ਕਾਲ ਲੈਣੀ ਹੈ ਜਥੇਦਾਰ ਸਾਹਿਬ ਨੂੰ ਤੇ ਪੰਥ ਦੇ ਵਿਦਵਾਨਾਂ ਨੂੰ ਨਾਲ ਬਿਠਾ ਕੇ ਔਰ ਜਿਹੜੀਆਂ ਜਥੇਬੰਦੀਆਂ ਨੂੰ ਹੈੱਡ ਕਰਦੇ ਨੇ ਉਹਨਾਂ ਨਾਲ ਬੈਠ ਕੇ ਸਲਾਹ ਕਰਨ ਕਿ ਅਗਰ ਇਹਦੀ ਲੋੜ ਹੈ ਤਾਂ ਜ਼ਰੂਰ ਬੁਲਾਉਣ, ਜੇ ਲੋੜ ਨਹੀਂ ਹੈ ਤੇ ਕੌਮ ਨੂੰ ਇਸ ਭੁਲੇਖੇ 'ਚੋਂ ਕੱਢਣ ਕਿ ਬਈ ਅਸੀਂ ਸਰਬੱਤ ਖਾਲਸਾ ਉਸ ਵਕਤ ਬੁਲਾਇਆ ਜਾਂਦਾ ਜਦ ਕੌਮ ਬਿਲਕੁਲ ਤਿੱਤਰ ਬਿੱਤਰ ਹੋ ਰਹੀ ਹੋਏ, ਕੌਮ ਦੇ ਵਿੱਚ ਬਹੁਤ ਵੱਡਾ ਨਿਗਾਰ ਆ ਰਿਹਾ ਹੋਏ। ਅੱਜ ਕੌਮ ਦੇ ਵਿੱਚ ਸਿਰਫ ਇੱਕੋ ਪ੍ਰੋਬਲਮ ਹੈ ਕਿ ਕੌਮ ਕੋਲੋਂ ਇੱਕ ਲੀਡਰਸ਼ਿਪ ਦਾ ਵੈਕਿਊਮ ਬਣ ਗਿਆ ਔਰ ਮੈਂ ਚਾਹਾਂਗਾ ਕਿ ਪੰਜਾਬ ਦੀ ਧਰਤੀ ਤੋਂ ਕੋਈ ਇੱਕ ਐਸੀ ਲੀਡਰਸ਼ਿਪ ਤਿਆਰ ਹੋਵੇ ਜਿਹਦਾ ਅਸੀਂ ਵੀ ਸਹਿਯੋਗ ਕਰ ਸਕੀਏ ਔਰ ਜਿਹੜੀ ਨਿਰਪੱਖ ਹੋ ਕੇ ਕੌਮ ਦੀ ਗੱਲ ਕਰ ਸਕੇ, ਨਾ ਕਿ ਆਪਣੇ ਪਰਿਵਾਰਵਾਦ ਦੀ, ਨਾ ਕਿ ਆਪਣੀ ਪਰਸਨਲ ਏਜੰਡੇ ਦੇ ਨਾਲ ਕੋਈ ਕਰੇ। ਕੌਮ ਲਈ ਕੋਈ ਵੀ ਖੜਾ ਹੋਏਗਾ, ਅਸੀਂ ਦਿੱਲੀ ਦੀ ਸੰਗਤ ਹਮੇਸ਼ਾ ਉਹਨਾਂ ਨਾਲ ਹੈ। ਜਥੇਦਾਰ ਸਾਹਿਬ ਨੇ ਪੱਤਰਕਾਰਾਂ ਦੀ ਕਸਰਤਾ ਸੱਦੀ ਹੈ ਜਿਹੜਾ ਕਿ ਸਰਕਾਰ ਵੱਲੋਂ ਚੈਨਲ ਬੰਦ ਹੋ ਰਹੇ ਜਾਂ ਪੜੋ ਪੜੀ ਦਾ ਸਿਲਸਿਲਾ ਚੱਲ ਰਿਹਾ, ਉਸ ਸਾਰੇ ਚੀਜ਼ ਨੂੰ ਲੈ ਕੇ ਪੱਤਰਕਾਰਾਂ ਦੀ ਸਪੈਸ਼ਲ ਜਿਹੜੀ ਉਹਨਾਂ ਨੇ ਦੇਖੋ ਜਥੇਦਾਰ ਸਾਹਿਬ ਨੇ 27 ਤਰੀਕ ਨੂੰ ਵੀ ਇੱਕ ਇਕੱਤਰਤਾ ਸੱਦੀ ਸੀ ਔਰ ਸਾਨੂੰ ਵੀ ਉੱਥੇ ਬੁਲਾਇਆ ਸੀ। ਮੈਂ ਅਨਫੋਰਚੂਨੇਟਲੀ ਕਿਉਂਕਿ ਮੇਰੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਡੇਟ ਸੀ ਤਾਂ ਮੈਂ ਸਰਦਾਰ ਭੁਪਿੰਦਰ ਸਿੰਘ ਭੁੱਲਰ ਸਾਹਿਬ ਨੂੰ ਭੇਜਿਆ ਸੀ ਔਰ ਆਪਣੀ ਚਿੱਠੀ ਰਾਹੀਂ ਆਪਣੀ ਪ੍ਰੈਜ਼ੈਂਸ ਲਗਵਾਈ ਸੀ। ਉਹਦੇ 'ਚ ਵੀ ਇੱਕ ਗੱਲ ਕੀਤੀ ਸੀ ਔਰ ਅੱਜ ਜਿਹੜੀ 7 ਤਰੀਕ ਨੂੰ ਵੀ ਹੋਣ ਵਾਲੀ ਚਾਹੇ ਉਹ ਪੱਤਰਕਾਰਾਂ ਦੀ ਹੈ ਕਿ ਇਸ ਗੱਲ ਨੂੰ ਜ਼ਰੂਰ ਧਿਆਨ ਦਿੱਤਾ ਜਾਏ ਕਿ ਪੰਜਾਬ ਦੇ ਇਲਾਵਾ ਪੰਜਾਬ ਤੋਂ ਬਾਹਰ ਬਹੁਤ ਗਿਣਤੀ ਦੇ ਵਿੱਚ ਸਿੱਖ ਬੈਠਾ ਔਰ ਸਾਰਿਆਂ ਦੀ ਨਜ਼ਰਾਂ ਇਹ ਰਹਿੰਦੀਆਂ ਕਿ ਪੰਜਾਬ ਜਿਹੜੀ ਗੱਲ ਕਰਦਾ ਹੈ ਉਹਦਾ ਇਫੈਕਟ ਸਾਰਾ ਸਿੱਖਾਂ ਦੇ ਪੂਰੀ ਦੇਸ਼ 'ਚ ਨਹੀਂ ਦੁਨੀਆ 'ਚ ਜਾਂਦਾ। ਇਸ ਗੱਲ ਦਾ ਜ਼ਰੂਰ ਧਿਆਨ ਦਿੱਤਾ ਜੇ। ਅਸੀਂ ਅਕਾਲ ਤਖਤ ਸਾਹਿਬ ਨੂੰ ਸਾਰੇ ਸਮਰਪਿਤ ਹਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਵੀ ਫੈਸਲਾ ਲੈਣ ਉਹ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਵੀ ਧਿਆਨ ਰੱਖਦੇ ਹੋਏ ਲੈਣ, ਕਿਉਂਕਿ ਪੰਜਾਬ ਤੋਂ ਬਾਹਰ ਸਿੱਖਾਂ ਨੇ ਖਾਸ ਤੌਰ ਤੇ ਮੈਂ ਦਿੱਲੀ ਦੀ ਗੱਲ ਕਰਾਂਗਾ ਕਿ ਇੱਕ ਬਦਨੁਮਾ ਦਾਗ ਅੱਜ ਵੀ ਅਸੀਂ ਲੈ ਕੇ ਘੁੰਮ ਰਹੇ ਹਾਂ ਜਿਹੜੀ ਵਿਧਵਾ ਕਲੋਨੀ ਹੈ ਸਾਡੇ ਸਿਰ ਦੇ ਉੱਤੇ। 1984 ਦੇ ਵਿੱਚ ਜਿੰਨਾ ਵੱਡਾ ਸੰਤਾਪ ਦਿੱਲੀ ਦੇ ਸੰਗਤ ਨੇ ਸਿੱਖਾਂ ਨੇ ਭੋਗਿਆ, ਉਹੋ ਜਿਹਾ ਕੋਈ ਮਾਹੌਲ ਨਾ ਬਣੇ ਕਿ ਜਿਹਦੇ ਨਾਲ ਇਸ ਦੇਸ਼ ਦੀ ਆਜ਼ਾਦ ਕਰਾਉਣ ਵਾਲੀ ਸਭ ਤੋਂ ਵੱਡੀ ਕੌਮ ਨੂੰ ਦੇਸ਼ ਨੂੰ ਵੱਖਵਾਦੀ ਕਹਿਣਾ ਪਵੇ। ਸੋ ਮੈਂ ਸਮਝਦਾ ਕਿ ਇਹ ਸਾਰੇ ਪੱਤਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਇਹੋ ਜਿਹਾ ਮਾਹੌਲ ਕ੍ਰੀਏਟ ਕਰੀਏ ਕਿ ਸਿੱਖ ਇੱਕ ਨੈਸ਼ਨਲਿਸਟ ਸੀ, ਨੈਸ਼ਨਲਿਸਟ ਹੈ ਔਰ ਨੈਸ਼ਨਲਿਸਟ ਰਹੇਗਾ। ਵੱਖਵਾਦ ਦੀ ਗੱਲ ਕਰਨ ਵਾਲਿਆਂ ਨੂੰ ਉਹਨਾਂ ਦਾ ਆਪਣਾ ਏਜੰਡਾ ਮੁਬਾਰਕ ਹੋਵੇ। ਹਾਂਜੀ, ਜਿਹੜਾ 84 ਚੱਲਿਆ ਸੀ ਉਹ ਵੱਖਵਾਦ ਨਹੀਂ, 84 ਦੀ ਵੱਖਵਾਦ ਵਾਲੀ ਜਿਹੜੀ ਗੱਲ ਨਹੀਂ, ਐਕਸ਼ਨ ਦਾ ਰਿਐਕਸ਼ਨ ਹਰ ਜਗ੍ਹਾ ਇੱਥੇ ਹੁੰਦਾ ਹੈ। ਜਿਸ ਵਕਤ ਸਰਕਾਰਾਂ ਇਸ ਕੰਮ ਦੇ ਉੱਤੇ ਉਤਰਦੀਆਂ ਨੇ, ਸਰਕਾਰਾਂ ਕਰਾਉਂਦੀਆਂ, ਸਰਕਾਰਾਂ ਕੌਮ ਨੂੰ ਡਿਮੋਰਲਾਈਜ਼ ਕਰਨ ਦੀ ਵੀ ਗੱਲਾਂ ਕਰਦੀਆਂ ਔਰ ਉਸ ਵਕਤ ਦੀ ਸਰਕਾਰ ਔਰ ਇਸ ਵਕਤ ਦੀ ਸਰਕਾਰ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਸੋ ਮੈਂ ਸਮਝਦਾ ਕਿ ਹਰ ਸਮੇਂ ਨੂੰ ਜਿਹੜਾ ਸਮੇਂ ਤੁਹਾਡੇ ਵਿਪਰੀਤ ਹੋਏ ਸਾਨੂੰ ਉਹਦੇ ਨਾਲ ਟਕਰਾਵ ਕਰਨਾ ਚਾਹੀਦਾ ਹੈ। ਜਿਹੜਾ ਸਮੇਂ ਤੁਹਾਡੇ ਹੱਕ 'ਚ ਹੋਵੇ ਤੇ ਉਹਦੇ ਨਾਲ ਮਿਲ ਕੇ ਕੌਮ ਦੇ ਭਲੇ ਦੀ ਗੱਲ ਵੀ ਕਰਨੀ ਚਾਹੀਦੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕਰਕੇ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਵਕੀਲਾਂ ਦਾ ਪੈਨਲ ਖੜਾ ਕਰਾਂਗੇ, ਦਿੱਲੀ ਕਮੇਟੀ ਕੀ ਇਸ ਤਰੀਕੇ ਦੀ ਹੈਲਪ? ਬਿਲਕੁਲ ਸਾਡੇ ਕੋਲੋਂ ਕੋਈ ਅਪਰੋਚ ਕਰੇਗਾ। ਅਸੀਂ ਪਹਿਲੇ ਦਿਨ ਇਹ ਗੱਲ ਡਿਕਲੇਅਰ ਕੀਤੀ ਸੀ ਔਰ ਜਿਹੜੇ ਬੰਦਿਆਂ ਨੂੰ, ਔਰ ਮੈਨੂੰ ਲੱਗਦਾ ਕਿ ਜ਼ਿਆਦਾਤਰ ਜਿਹੜੇ ਲੋਕ ਫੜੇ ਗਏ ਸੀ ਉਹਨਾਂ ਨੂੰ ਛੱਡ ਵੀ ਦਿੱਤਾ ਗਿਆ। ਜਿਹੜੇ ਲੋਕ ਸਾਡੇ ਕੋਲ ਅਪਰੋਚ ਕਰਨਗੇ ਜਿਨ੍ਹਾਂ ਦੇ ਉੱਤੇ ਕੋਈ ਸਰਕਾਰੀ ਤੌਰ ਦੇ ਉੱਤੇ, ਕਾਨੂੰਨੀ ਤੌਰ ਦੇ ਉੱਤੇ ਸ਼ਿਕੰਜੇ ਕੱਸੇ ਜਾ ਰਹੇ ਨੇ, ਦਿੱਲੀ ਕਮੇਟੀ ਕਦੀ ਪਿੱਛੇ ਨਹੀਂ ਹਟੀ ਔਰ ਐਸਜੀਪੀਸੀ ਵੀ ਸਾਡਾ ਸਹਿਯੋਗ ਮੰਗੇਗੀ ਕਿਉਂਕਿ ਅਸੀਂ ਦਿੱਲੀ ਬੈਠੇ ਹਾਂ। ਦਿੱਲੀ ਦੇ ਵਿੱਚ ਜਿਹੜੇ ਕੋਟਾ ਦੇ ਨਾਲ ਕੰਸਰਨ ਨੇ ਅਸੀਂ ਹਮੇਸ਼ਾ ਉਹਨਾਂ ਦੀ ਬਾਹ ਬਣ ਕੇ ਕੰਮ ਕਰਾਂਗੇ। ਜਥੇਦਾਰ ਸਾਹਿਬ ਨੂੰ ਜਿਹੜੀ ਇਕੱਤਰਤਾ ਬੁਲਾਈ ਗਈ ਉਹਦੇ ਵਿੱਚ ਹਾਜ਼ਰ ਹੋਵੋਗੇ 7 ਤਰੀਕ ਦੀ? ਨਹੀਂ, ਉਹ ਬੁਲਾਈ ਸਿਰਫ ਪੱਤਰਕਾਰਾਂ ਵਾਸਤੇ, ਸਾਨੂੰ ਨਹੀਂ ਸੱਦਾ ਦਿੱਤਾ ਗਿਆ। ਜਿਹੜੇ ਬੇਕਸੂਰ ਫੜੇ ਗਏ ਨੇ ਜਾਂ ਸਰਕਾਰ ਨੂੰ ਚਾਹੀਦਾ ਨੇ ਕਿ ਜਲਦੀ ਇਹਨਾਂ ਦੀ ਪੜਤਾਲ ਕਰਕੇ ਤੇ ਜਿਹੜੇ ਬੇਕਸੂਰ ਛੱਡ ਦਿੱਤੇ ਜਾਣ? ਨਹੀਂ, ਮੇਰੀ ਨੌਲੇਜ ਤੱਕ ਤੇ ਜਿਹੜੇ 400 ਬੰਦਾ ਫੜਿਆ ਸੀ ਉਹ 'ਚੋਂ 380 ਦੇ ਆਸ-ਪਾਸ ਤੇ ਛੱਡਤੇ ਗਏ ਨੇ। ਜੇ 20 ਬੰਦੇ ਉਹਨਾਂ ਨੇ ਫੜੇ ਹੋਏ ਨੇ ਤੇ ਉਹ ਉਹਨਾਂ ਦੀ ਇੰਟੈਲੀਜੈਂਸਿਸ ਜਾਂ ਉਹਨਾਂ ਦਾ ਕੰਮ ਹੈ। ਹੁਣ ਸਰਕਾਰੀ ਡਿਪਾਰਟਮੈਂਟ ਦੇ ਕੰਮ ਦੇ ਉੱਤੇ ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ, ਮਗਰ ਚਾਹੀਦਾ ਤੇ ਇਹ ਵੀ ਕਿ ਜਿਹੜਾ ਗੁਨੇਗਾਰ ਹੈ ਉਹਦੀ ਤਹਿਕੀਕਾਤ ਕੀਤੀ ਜਾਏ। ਬੇਗੁਨਾਹ ਨੂੰ ਤੁਸੀਂ ਤਸੱਦਦ ਪਾਓਗੇ ਤੇ ਫਿਰ ਉਹੀ ਵਾਲਾ ਮਾਹੌਲ ਬਣੇਗਾ ਜਿਹੜਾ ਮੇਰੇ ਹੁਣੇ ਵੀਰ ਜੀ ਨੇ ਗੱਲ ਕੀਤੀ।